अस्सलाम वालेकुम शानी जट वीलॉग ऑफिशियल चैनल ਦੀ ਤੁਹਾਨੂੰ ਸਭ ਨੂੰ ਬਹੁਤ-ਬਹੁਤ ਖੁਸ਼ਾਮਦੀਦ। ਮੇਰੀ ਦੁਆ ਹੈ ਕਿ ਤੁਸੀਂ ਜਿੱਥੇ ਆਬਾਦ ਹੋ ਅੱਲਾਹ ਪਾਕ ਤੁਹਾਨੂੰ ਸਭ ਨੂੰ ਆਪਣੀ ਹਿਫਜ਼-ਏ-ਮਾਨ ਦੇ ਵਿੱਚ ਰੱਖੇ ਆਮੀਨ। ਮੇਰੇ ਉਹ ਦੋਸਤ ਮੇਰੇ ਉਹ ਭਰਾ ਜਿਹੜੇ ਅੱਜ ਪਹਿਲੀ ਵਾਰੀ ਮੇਰੇ ਚੈਨਲ ਦੇ ਚਾਹੇ ਨੇ ਉਹਨਾਂ ਕੋਲੋਂ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਘੰਟੀ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਕਿ ਮੇਰਾ ਵੀਲੌਗ बर वक्त ਤੁਹਾਡੇ ਤੱਕ ਪਹੁੰਚੇ। ਤੇ ਮੇਰੇ ਵੀਲੌਗ ਨੂੰ ਆਖਿਰ ਤੱਕ ਜ਼ਰੂਰ ਦੇਖੋ ਤੇ ਆਪਣੇ ਖਿਆਲਾਤ ਦਾ ਇਜ਼ਹਾਰ ਕਮੈਂਟ ਦੇ ਵਿੱਚ ਜ਼ਰੂਰ ਕਰੋ ਲੇਕਿਨ ਤਹਿਜ਼ੀਬ ਦੇ ਦਾਇਰੇ ਨਾਲ। ਜਨਾਬ ਆਲੀ ਦੋ ਖਬਰਾਂ ਇਹ ਨੇ ਜਿਹੜੀ ਬੜੀ ਗਰਦਿਸ਼ ਕਰਦੀਆਂ ਨੇ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਵੀ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ। ਦੋ ਖਬਰਾਂ ਕਿਹੜੀਆਂ ਨੇ? ਇੱਕ ਹੈਗੀ ਹੈ ਕੈਪਟਨ ਸੱਦਰ ਦੇ ਹਵਾਲੇ ਨਾਲ ਕਿ ਉਹਨਾਂ ਨੇ ਕਿਸੇ ਇੱਕ ਯੂਥੀਏ ਨੂੰ ਚਪੇੜਾਂ ਮਾਰੀਆਂ ਨੇ। ਠੀਕ ਹੈ, ਕਿਉਂ ਮਾਰੀਆਂ ਨੇ, ਕੀ ਰੀਜ਼ਨ ਹੈ ਤੇ ਇਹ ਸਹੀ ਹੈ ਕਿ ਗਲਤ ਹੈ, ਇਹਦੇ ਉੱਤੇ ਗੱਲ ਕਰਨੀ। ਦੂਸਰੀ ਜਿਹੜੀ ਗੱਲ ਕਰਨੀ ਹੈ ਭਾਜੀ ਉਹ ਤੁਹਾਡੇ ਨਾਲ ਕਰਨੀ ਹੈ ਸ਼ੇਰ ਅਫਜ਼ਲ ਮਰਵਤ ਸਾਹਿਬ ਦੇ ਹਵਾਲੇ ਨਾਲ ਕਿ ਉਹਨਾਂ ਨੇ ਇੱਕ ਬਰੀਕ ਵਾਰਦਾਤ ਪਾਈ ਹੈ ਕਿ ਜਿਹਦਾ ਨੁਕਸਾਨ ਜਿਹੜਾ ਹੈਗਾ ਨਾ ਉਹ ਸੁਹੇਲ ਅਫਰੀਦੀ ਨੂੰ ਹੋਣ ਵਾਲਾ ਉਹਦੀ ਵਜ਼ਾਰਤ ਜਿਹੜੀ ਨਾ ਉਹ ਜਾਂਦੀ ਹੋਈ ਨਜ਼ਰ ਆ ਰਹੀ ਹੈ। ਉਹ ਕੀ ਵਾਰਦਾਤ ਪਈ ਉਹ ਤੁਹਾਨੂੰ ਦੱਸਦੇ ਹਾਂ। ਅਸੀਂ ਤੁਹਾਨੂੰ ਸਭ ਤੋਂ ਪਹਿਲੇ ਦੱਸਾਂਗੇ ਜਨਾਬ ਕੈਪਟਨ ਸਫਦਰ ਦੇ ਹਵਾਲੇ ਨਾਲ। ਜਨਾਬ ਕੈਪਟਨ ਸਫਦਰ ਨੇ ਇੱਕ PTI ਦਾ ਫਾਲੋਅਰ ਹੈਗਾ ਜਿਹਨੂੰ ਅਸੀਂ ਯੂਥੀਆ ਕਹਿੰਦੇ ਹਾਂ। ਉਹਨੇ ਜਿਹੜਾ ਨਾ ਕੋਈ ਬਦਤਮੀਜ਼ੀ ਕੀਤੀ ਹੈ ਕੈਪਟਨ ਸਫਦਰ ਦੇ ਨਾਲ। ਕੈਪਟਨ ਸਫਦਰ ਸਾਹਿਬ ਇਸ ਟਾਈਮ ਚਲਾਸ ਦੇ ਵਿੱਚ ਹੈਗੇ ਨੇ ਤੇ ਉਹ ਦੱਸ ਰਹੇ ਨੇ ਕਿ ਜੀ ਕਿ ਮੈਂ ਇੱਥੇ ਜਿਹੜੇ ਇੱਥੇ ਮਰੀਜ਼ ਬੱਚੇ ਹੈਗੇ ਨੇ ਉਹਨਾਂ ਦੀ ਇਜਾਜ਼ਤ ਵਾਸਤੇ ਆ। ਮੈਨੂੰ ਪਤਾ ਲੱਗਾ ਸੀ ਕਿ ਇੱਧਰ ਬੱਚੇ ਜਿਹੜੇ ਨੇ ਨਾ ਉਹ ਬਹੁਤ ਸ਼ਦੀਦ ਬਿਮਾਰ ਨੇ ਤੇ ਉਹਨਾਂ ਕੋਲੋਂ ਦਵਾਈ ਤੇ ਇਲਾਜ ਦੇ ਪੈਸੇ ਨਹੀਂ ਹੈਗੇ ਤੇ ਉਹਨਾਂ ਨੂੰ ਜਿਹੜਾ ਨਾ ਹਸਪੀਟਲ ਜਿਹੜਾ ਨਾ ਬਹੁਤ ਐਮਰਜੈਂਸੀ ਜਿਹੜਾ ਨਾ ਉਹਨਾਂ ਨੂੰ ਐਡਮਿਟ ਕਰਨਾ ਬਹੁਤ ਜ਼ਰੂਰੀ ਹੈ ਵਰਨਾ ਉਹਨਾਂ ਦੀ ਜਾਨ ਜਾ ਸਕਦੀ। ਉਹਨਾਂ ਨੇ ਫਿਰ ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਸਾਹਿਬ ਨਾਲ ਰਾਬਤਾ ਕੀਤਾ ਤੇ ਉਹਨਾਂ ਨੇ ਜਿਹੜਾ ਸੀ ਨਾ ਏਅਰ ਐਂਬੂਲੈਂਸ ਭੇਜੀ ਤੇ ਉਹਦੇ 'ਚ ਉਹ ਬੱਚਿਆਂ ਨੂੰ ਜਿਹੜਾ ਸੀ ਨਾ ਉਹ ਹਸਪੀਟਲ ਲੈ ਗਏ। ਉਹਨਾਂ ਦੇ ਮਾਂ-ਬਾਪ ਵੀ ਨਾਲ ਸੀ। ਉਹ ਵੀਡੀਓ ਵੀ ਮਾਰਕੀਟ ਦੇ ਵਿੱਚ ਲੋਕਾਂ ਨੇ ਦੇਖੀ ਹੈ। ਠੀਕ ਹੈ, ਤੇ ਉਹ ਬੱਚਿਆਂ ਦਾ ਹੁਣ ਇਲਾਜ ਹੋਇਆ ਤੇ ਅਲਹਮਦੁਲਿਲਾ ਜਿਹੜੇ ਨੇ ਨਾ ਉਹ ਬਿਲਕੁਲ ਠੀਕ ਠਾਕ ਹੋ ਗਏ ਨੇ ਤੇ ਉਹਨਾਂ ਦਾ ਬਿਲਕੁਲ ਸਹੀ ਇਲਾਜ ਹੁੰਦਾ ਪਿਆ। ਤੇ ਉਹ ਇਸੇ ਸਿਲਸਿਲੇ ਦੇ ਵਿੱਚ ਕੈਪਟਨ ਸਫਦਰ ਸਾਹਿਬ ਉਹਨਾਂ ਦੀ ਇਜਾਜ਼ਤ ਕਰਨ ਉੱਥੇ ਪਹੁੰਚੇ ਸਨ। ਉੱਥੇ ਜਨਾਬ ਇੱਕ ਆ ਜਾਂਦਾ PTI ਦਾ ਫਾਲੋਅਰ, ਠੀਕ ਹੈ, ਇਮਰਾਨ ਦਾ ਆਸ਼ਿਕ ਯੂਥੀਆ। ਉਹ ਜਨਾਬ ਜਿਹੜਾ ਨਾ ਕੈਪਟਨ ਸਫਦਰ ਸਾਹਿਬ ਦੇ ਨਾਲ ਬਦਤਮੀਜ਼ੀ ਸ਼ੁਰੂ ਕਰ ਦਿੰਦਾ। ਠੀਕ ਹੈ, ਫਾਰਮ 47 ਦੇ ਨਾਰੇ ਲਾਣੇ ਸ਼ੁਰੂ ਕਰ ਦਿੰਦਾ। ਫਿਰ ਜੋ ਨਵਾਜ਼ ਸ਼ਰੀਫ ਸਾਹਿਬ ਦੇ ਬਾਰੇ 'ਚ ਮੁਗਲਜ਼ਾਤ ਬਕਰੀਆਂ ਸ਼ੁਰੂ ਕਰ ਦਿੰਦਾ। ਹੁਣ ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸ ਦਿਆਂ ਕਿ ਕੈਪਟਨ ਸਫਦਰ ਸਾਹਿਬ ਜਿਹੜੇ ਨੇ ਉਹ ਦਮਾਦ ਨੇ ਨਵਾਜ਼ ਸ਼ਰੀਫ ਸਾਹਿਬ ਦੇ ਤੇ ਸੱਸ ਤੇ ਸਹੁਰਾ, ਸੱਸ ਤੇ ਸੁਸਰ ਉਹ ਮਾਂ-ਬਾਪ ਦੀ ਤਰ੍ਹਾਂ ਹੀ ਹੁੰਦੇ ਨੇ। ਠੀਕ ਹੈ, ਜਿਸ ਤਰ੍ਹਾਂ ਤੁਸੀਂ ਐਕਸਪੈਕਟ ਕਰਦੇ ਹੋ ਨਾ ਕਿ ਤੁਹਾਡੀ ਬੀਵੀ ਤੁਹਾਡੇ ਮਾਂ-ਬਾਪ ਨੂੰ ਆਪਣੇ ਮਾਂ-ਬਾਪ ਦੀ ਤਰ੍ਹਾਂ ਇੱਜ਼ਤ ਕਰੇ, ਦਰਜਾ ਦੇਵੇ, ਤੇ ਇਸੇ ਤਰ੍ਹਾਂ ਦਮਾਦ ਦਾ ਵੀ ਫਰਜ਼ ਇਹ ਹੁੰਦਾ, ਉਹਦੇ ਤੋਂ ਵੀ ਇਹੀ ਕਾਨੂੰਨ ਲਾਗੂ ਹੁੰਦਾ ਕਿ ਉਹ ਆਪਣੀ ਸੱਸ ਤੇ ਸਹੁਰੇ ਨੂੰ ਜਿਹੜਾ ਨਾ ਮਾਂ-ਬਾਪ ਦੀ ਨਜ਼ਰ ਦੇ ਨਾਲ ਦੇਖੇ। ਸਮਝ ਆ ਰਹੀ ਹੈ? ਤੇ ਲਿਹਾਜ਼ਾ ਉਹ ਜਿਹੜਾ ਯੂਥੀਆ ਸੀ ਉਹ ਜਨਾਬ ਨਵਾਜ਼ ਸ਼ਰੀਫ ਸਾਹਿਬ ਨੂੰ ਗਲਤ ਜਿਹੜਾ ਸੀ ਨਾ ਅਲਕਾਬਾਤ ਦੇ ਨਾਲ ਯਾਨੀ ਕਿ ਬੋਲ ਰਿਹਾ ਸੀ ਤੇ ਬੜੀ ਮੁਗਲਜ਼ਾਤ ਬਕ ਰਿਹਾ ਸੀ। ਉਹਨੂੰ ਬੜਾ ਸਮਝਾਇਆ। ਠੀਕ ਹੈ, ਕੈਪਟਨ ਸਾਹਿਬ ਨੇ ਤੇ ਜਿਹੜੇ ਬੜਾ ਸਮਝਾਇਆ ਕਿ ਬਈ ਜਾ ਚਲਾ ਜਾ, ਇਹ ਹਸਪੀਟਲ ਹੈ, ਇਨਸਾਨ ਦਾ ਬੱਚਾ ਬਣ ਤੇ ਬਾਹਰ ਉੱਥੇ ਆ ਤੇ ਤੈਨੂੰ ਮੈਂ ਉੱਥੇ ਜਾ ਕੇ ਗੱਲ ਕਰ ਲੈਂਦੇ ਹਾਂ। ਲੇਕਿਨ ਇਹ ਜ਼ੋਂਬੀਜ਼ ਨੇ, ਇਹ ਜ਼ੇਨੀ ਮਰੀਜ਼ ਨੇ, ਜ਼ੋਂਬੀਜ਼ ਨੇ। ਇਹਨਾਂ ਦਾ ਸ਼ੌਰ ਹੀ ਇਹੀ ਹੈ ਕਿ ਸਾਨੂੰ ਇਮਰਾਨ ਖਾਨ ਨੇ ਜਿਹੜਾ ਸ਼ੌਰ ਦਿੱਤਾ ਨਾ ਉਹ ਇਹੀ ਹੈ ਕਿ ਲੋਕਾਂ ਦੀਆਂ ਪਗੜੀਆਂ ਉਛਾਲੋ, ਕਿਰਦਾਰ ਕਸ਼ੀ ਕਰੋ, ਗਾਲਾਂ ਕੱਢੋ। ਸਮਝ ਆ ਰਹੀ? ਇਹ ਸ਼ੌਰ ਦਿੱਤਾ ਇਮਰਾਨ ਖਾਨ ਨੇ ਤੇ ਉਹ ਬਾਜ਼ਨਾ ਆ, ਉਹ ਲੱਗਾ ਰਿਹਾ। ਤੇ ਫਿਰ ਤੁਹਾਨੂੰ ਪਤਾ ਇੱਕ ਇਨਸਾਨ ਦੀ ਫਿਤਰਤ ਵੀ ਹੁੰਦੀ ਹੈ ਕਿ ਉਹ ਬਰਦਾਸ਼ਤ ਜਦੋਂ ਹੱਦ ਤੱਕ ਹੀ ਕਰ ਸਕਦਾ, ਲੇਕਿਨ ਜਦੋਂ ਬਰਦਾਸ਼ਤ ਦਾ ਮਾਦਾ ਖਤਮ ਹੋ ਜਾਏ ਤੇ ਫਿਰ ਉਹ ਫਿਰ ਉਸੇ ਤਰ੍ਹਾਂ ਹੀ ਫਿਰ ਡੀਲ ਕਰਦਾ ਜਿਸ ਤਰ੍ਹਾਂ ਉਹਨੂੰ ਕਰਨਾ ਚਾਹੀਦਾ। ਠੀਕ ਹੈ, ਉਹ ਕਹਿੰਦੇ ਨੇ ਨਾ ਕਿ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮੰਨਤੇ, ਇਹਨਾਂ ਨੂੰ ਲੱਤਾਂ ਨਾਲ ਹੀ ਜਿਹੜਾ ਨਾ ਸਿੱਧਾ ਕਰਨਾ ਪੈਂਦਾ। ਫਿਰ ਕੈਪਟਨ ਸਫਦਰ ਸਾਹਿਬ ਉਹਨਾਂ ਨੇ ਇੱਕ ਹੱਦ ਤੱਕ ਤੇ ਬਰਦਾਸ਼ਤ ਕਰ ਲਿਆ ਕਿ ਉਹਨਾਂ ਦੇ ਸੁਸਰ ਦੇ ਬਾਰੇ ਬਕਵਾਸ ਯਾ ਤੋਂ ਕਰ ਦਿਆ। ਉਹਨਾਂ ਨੇ ਫਿਰ ਜਨਾਬ ਫੜ ਕੇ ਉਹਨੂੰ ਤੇ ਫੜ ਕੇ ਤੇ ਉਹਨੂੰ ਲੰਮਿਆ ਪਾ ਕੇ ਉਹਨੂੰ ਉਹ ਕੁੱਟਿਆ ਉਹਨੂੰ ਕਿ ਉਹਦੀ ਸਾਰੀ ਬਦਤਮੀਜ਼ੀ ਤੇ ਬਦਮਾਸ਼ੀ ਜਿਹੜੀ ਨਾ ਉਹਨੂੰ ਕੱਢ ਦਿੱਤੀ ਫੜ ਕੇ। ਉਹਨੂੰ ਚੁੱਕ ਫਿਰ ਲੋਕਾਂ ਨੇ ਉਹਨੂੰ ਬਾਹਰ ਉਹਨੂੰ ਧੱਕੇ ਮਾਰ ਕੇ ਕੱਢਿਆ ਬਗੈਰਤਾ। ਤੈਨੂੰ ਸ਼ਰਮ ਨਹੀਂ ਆਉਂਦੀ? ਤੈਨੂੰ ਬਾਰ-ਬਾਰ ਕਹਿ ਰਿਹਾ ਕਿ ਹਸਪੀਟਲ ਹੈ, ਮਤ ਕਰ, ਤੂੰ ਬਾਜ਼ ਨਹੀਂ ਆ ਰਿਹਾ। ਤੇ ਜਨਾਬ ਉਹਨੂੰ ਕੱਢ ਕੇ ਤੇ ਉਹਨੂੰ ਬਾਹਰ ਸੁੱਟ ਦਿੱਤਾ।
ਹੁਣ ਕੈਪਟਨ ਸਦਰ ਸਾਹਿਬ ਨੇ ਵੀਡੀਓ ਬਣਾਈ ਤੇ ਉਹਨਾਂ ਨੇ ਇਸ ਵਾਕਿਏ ਨੂੰ ਜਿਹੜਾ ਨਾ ਡਿਸਕਸ ਕੀਤਾ ਕਿ ਇਹ ਲੋਕ ਜਿਹੜੇ ਨੇ ਨਾ ਕਿਸ ਹੱਦ ਤੱਕ ਪਹੁੰਚ ਗਏ ਨੇ, ਨਾ ਕਬਰਸਤਾਨ ਦੇਖਦੇ ਨੇ ਤੇ ਨਾ ਹਸਪੀਟਲ ਦੇਖਦੇ ਨੇ, ਨਾ ਮਰੀਜ਼ ਦੇਖਦੇ ਨੇ ਤੇ ਨਾ ਬਜ਼ੁਰਗ ਦੇਖਦੇ ਨੇ। ਜੋ ਮੂੰਹ 'ਚ ਆਉਂਦਾ ਹੈ ਬੱਕ ਕੱਜ ਦਿੰਦੇ ਨੇ ਤੇ ਜੋ ਦਿਲ ਦੇ ਚਾਹੁੰਦਾ ਪੁੱਠੀਆਂ ਸਿੱਧੀਆਂ ਹਰਕਤਾਂ ਕਰ ਦਿੰਦੇ ਨੇ। ਫਿਰ ਜਦੋਂ ਇਹਨਾਂ ਨੂੰ ਕੁੱਟਿਆ ਜਾਏ ਤੇ ਫਿਰ ਮਜ਼ਲੂਮੀਅਤ ਦਾ ਕਾਰਡ ਖੇਲਦੇ ਨੇ ਕਿ ਲੋ ਜੀ ਸਾਡੇ ਤੇ ਜ਼ੁਲਮ ਹੋ ਗਿਆ ਤੇ ਹਮਦਰਦੀ ਹਾਸਿਲ ਕਰਨ ਵਾਸਤੇ ਲੋਕਾਂ ਨੂੰ ਫਿਰ ਕਹਿੰਦੇ ਨੇ ਕਿ ਲੋ ਜੀ ਸਾਡੇ ਨਾਲ ਇਜ਼ਹਾਰ ਯਕਜਹਿਤੀ ਕਰੋ। ਸਮਝ ਆ ਰਹੀ ਹੈ? ਤੇ ਇਹ ਸਿਰਫ ਮੈਂ ਨਹੀਂ ਕਹਿ ਰਿਹਾ, ਇਹ ਜਿਹੜੇ ਵੀ ਬਾਸ਼ਊਰ ਲੋਕ ਜਿਨ੍ਹਾਂ ਨੇ ਇਸ ਵੀਡੀਓ ਕਲਿੱਪ ਨੂੰ ਦੇਖਿਆ ਜਾਂ ਜਿਹੜੇ ਇਸ ਵਾਕਿਏ ਤੋਂ ਵਾਕਿਫ ਨੇ, ਉਹਨਾਂ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਬਿਲਕੁਲ ਠੀਕ ਕੀਤਾ ਹੈ। ਸਭ ਜਿੰਨੇ ਵੀ ਬਾਸ਼ਊਰ ਲੋਕ ਨੇ ਉਹਨਾਂ ਨੇ ਕਿਹਾ ਕੈਪਟਨ ਸਾਹਿਬ ਨੇ दुरुस्त किया है। ये लता दे भूत है, ने लातों के भूत हैं ये, लातों के। इन्हां नूं जिन्ना मर्जी तुसीं प्यार नाल बिठा के ते समझा लो, नहीं समझणगे। और सप नूं जिन्ना मर्जी दुध पिया लो, मारेगा ही डंग तुहानूं। मैं एक वीडियो देख रहा सी 2-3 दिन पहले, एक बंदा सप नूं दुध पिया रहा है, सप नूं दुध पिया रहा है। सप आया ते ओने जिहड़ा सी चुल्लू दे विच जिहड़ा सी ना कौली दे विच दुध पा के नूं पिया दे। सप लो जी पीना शुरू हो गया। वो जदों पी के फारग हो गया ना ते वो बंदा जिहड़ा सी ओनूं बड़ा खुश होया कि लो जी कि मैं एक जिहड़ा ना इंसानियत वाला काम कीता कि जानवर नूं जिहड़ा ना दुध पिया। वो सप ने जो ही दुध पीता ना ते पी के फौरन उहदे हत्थ ते डंग मार दिता, फौरन। ते ओनूं जिहड़ा ना उन्हें डंग मार के ते दौड़ गया। वो वीडियो फिर सिर्फ उत्थों तक ही मैं देखी है कि ओनूं डंग मारी है ते वो बेचारा जिहड़ा सी ना डिग पिया। ते ਉਹ ਤੁਹਾਨੂੰ ਪਤਾ ਜਦੋਂ ਸੱਪ ਡੰਗ ਮਾਰੇ ਤੇ ਫਿਰ ਉਹ ਜ਼ਹਿਰ ਫੈਲ ਜਾਂਦਾ ਤੇ ਹੁਣ ਪਤਾ ਨਹੀਂ ਉਹ ਜ਼ਿੰਦਾ ਮਰ ਗਿਆ। ਅੱਲਾਹ ਤਾਲਾ ਉਹਨੂੰ ਸਿਹਤ ਤੰਦਰੁਸਤੀ ਰੱਖੇ, ਆਪਣੀ ਜ਼ੁਬਾਨ 'ਚ ਰੱਖੇ। ਕਹਿਣ ਦਾ ਮਕਸਦ ਇਹ ਹੈ ਕਿ ਇਹ ਵੀ ਹੋਈ ਨੇ ਕਿ ਇਹਨਾਂ ਨੂੰ ਜਿੰਨਾ ਮਰਜ਼ੀ ਪਿਆਰ ਨਾਲ ਤੁਸੀਂ ਸਮਝਾ ਲਓ, ਇਹਨਾਂ ਨੇ ਕਹਿਣਾ ਕਿ ਨਹੀਂ ਇਮਰਾਨ ਸਹੀ ਹੈ। ਉਹ ਭਾਵੇਂ ਇਹਨੇ ਚੋਰੀਆਂ ਕੀਤੀਆਂ ਨੇ, ਭਾਵੇਂ ਜ਼ਾਨੀ ਹੈ, ਸ਼ਰਾਬੀ ਹੈ, ਚਰਸੀ ਹੈ, ਪੰਗੀ ਹੈ, ਜੋ ਵੀ ਹੈ, ਸਾਡੇ ਵਾਸਤੇ ਬਸ ਉਹੀ ਹੈਗਾ। ਬਾਕੀ ਸਾਨੂੰ ਕਿਸੇ ਦੇ ਨਾਲ ਕੋਈ ਸਰੋਕਾਰ ਨਹੀਂ। समझ आ रही है? तो ये इस तरह की हरकत करते हैं। फार्म 47 हालांकि 2018 दे फार्म 47 दे नाल इन्होंने हुकूमत बनाई सी, जाली हुकूमत सी, RTS बिठा के हुकूमत बनाई सी। बहरहाल इस टाइम सारे जिन्ने भी बादशाह लोग ने वो कैप्टन सदर साहब दे नाल खड़े ने। उन्होंने कहा कि जी तुसीं बिल्कुल ठीक कीता, इन्हां दा इलाज यही है। जिहड़ा नहीं प्यार की गल सुनदा मारो फड़ के, इन्हां नूं खुन्ने सेक दिओ, इन्हां ने फड़ के ये डिजर्व करदे ने। जनाब दूसरा मैं तुहानूं एक होर खबर, शेर अफजल मड़वत साहब उन्होंने जनाब बरीक वारदात की पाई है। वो बरीक वारदात है वे शेर अफजल साहब ने कि वो आईनी अदालत दे विच पहुंच गए ने अपनी पटीशन लैके सुहेल अफरीदी के खिलाफ। उन्होंने चैलेंज कर दिता है कि इहदी जिहड़ी वजारत हैगी ना ये जाली हैगी है, ये ठीक नहीं हैगी। क्यों? क्योंकि अली अमीन गंडापुर ने अस्तीफा दिता है इमरान अहमद खान नियाजी के कहन ते इमरान अहमद खान नियाजी जिहड़ा है वो सजा याफ्ता मुजरिम है। तो एक सजा याफ्ता मुजरिम किसी को डिकटेट नहीं कर सकता कि बई तू हुकूमत बनानी है, तू हुकूमत छड्डनी है, तू वजीर बनना, वजीर नहीं बनना। क्योंकि याद करो 2017-18 जो नवाज शरीफ साहब ना अहल किया ते उन्हां नूं जिहड़ा सी सजा सुनाई सी ते उस टाइम कोर्ट लखपत दे विच कह दे गए सन ते उन्होंने जिन्हां नूं टिकटां अलॉट कीतियां सन, साकिब निसार जिहड़ा कि चीफ जस्टिस सी सुप्रीम कोर्ट दा, उन्हें सारियां कैंसल कर दित्तियां सन। इमरान अहमद खान नियाजी खुद पटीशन लैके गया सी सुप्रीम कोर्ट दे विच ते उन्हें कहा सी कि जनाब नवाज शरीफ साहब जिहड़े ने ये सजा याफ्ता ने ये किसी नूं अलॉट नहीं कर सकते टिकट, ते लिहाजा सब कैंसल कीतियां जाण। ते उन्हें साकिब निसार ने सारियां कैंसल कर दित्तियां सन ते सारी रुकनीयत जिहड़ी सी ना वो मुअत्तल कर दी सी फाड़ के। ठीक है ना? ते इमरान खान ने अपनी कबर आप खुदी है। हुण ओही गल शेर अफजल मड़वत जिहड़ा उहदे खिलाफ चला गया है आईनी अदालत दे विच ते उन्हें कहा कि जी कि इमरान खान जिहड़ा वो भी मुजरिम है। ठीक है, वही सजा याफ्ता मुजरिम है, कैदी है। ते ओहदे कहण ते अली अमीन गंडापुर ने हुकूमत अपनी तोड़ी ते लिहाजा यह जिहड़ा ना यह इलीगल है ते लिहाजा इस फैसले नूं रिवर्स किया जाए ते अली अमीन गंडापुर की हुकूमत नूं बहाल किया जाए ते सुहेल अफरीदी की हुकूमत नूं खत्म किया जाए। यह पटीशन जनाबे अली दायर कर दी गई है
ਕਿਹਦੇ ਵੱਲੋਂ? ਸ਼ੇਰ ਅਬਦੁਲ ਮਰਵਤ ਵੱਲੋਂ। ਲੇਕਿਨ ਅਲੀ ਅਮੀਨ ਗੰਡਾਪੁਰ ਜਿਹੜਾ ਹੈ ਨਾ, ਉਹ ਲੋਕਾਂ ਨੂੰ ਇਹ ਦੱਸਦਾ ਫੇਰ ਰਿਹਾ ਜਾਂ ਇਹ ਇੰਟਰਵਿਊ ਦੇ ਰਿਹਾ ਕਿ ਭਾਈ ਮੇਰਾ ਇਹਦੇ ਨਾਲ ਕੋਈ ਤਾਲੁਕ ਨਹੀਂ ਆ, ਸ਼ੇਰ ਅਬਦੁਲ ਮਰਵਤ ਨੇ ਆਪਣੇ ਤੌਰ ਤੇ ਕੀਤੀ ਹੈ। ਲੇਕਿਨ ਸਭ ਜਾਣਦੇ ਨੇ ਕਿ ਅੰਦਰੋਂ ਅੰਦਰੀ ਜਿਹੜੇ ਨੇ ਨਾ, ਇਹ ਅਲੀ ਅਮੀਨ ਗੰਡਾਪੁਰ ਜਿਹੜਾ ਨਾ, ਇਹਨੇ ਵੀ ਕਾਰਵਾਈ ਪਾਈ ਹੋਈ ਹੈ, ਮਿਲੀ ਭਗਤ ਹੀ ਹੈ। ਇਸ ਟਾਈਮ 35 ਤੋਂ 40 MPA 35 ਤੋਂ 40 MPA ਜਿਹੜੇ ਨੇ ਉਹ ਅਲੀ ਅਮੀਨ ਦੇ ਨਾਲ ਖੜੇ ਹੋ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਅਸਾਂ ਨਾ ਤੇ ਬਜਟ ਪਾਸ ਹੋਣ ਦੇਣਾ ਤੇ ਨਾ ਹੀ ਇਹਦੀ ਹੁਕੂਮਤ ਚੱਲਣ ਦੇਣੀ ਹੈ। ਉਹ ਸਾਰੇ ਅਲੀ ਅਮੀਨ ਦੇ ਨਾਲ ਖੜੇ ਨੇ ਤੇ ਉਹ ਕਹਿ ਰਹੇ ਨੇ ਕਿ ਜਨਾਬ ਇਹਦੀ ਹੁਕੂਮਤ ਡਗਾਓ ਤੇ ਆਪਣੀ ਹੁਕੂਮਤ ਦੁਬਾਰਾ ਲੈ ਕੇ ਆਓ ਤੇ ਫਿਰ ਜਿਹੜਾ ਨਾ ਅਸੀਂ ਆਪਣਾ ਇੱਥੇ ਸਿਸਟਮ ਚਲਾਉਂਦੇ ਹਾਂ। ਤੇ ਦੇਖੋ ਹੁਣ ਆਈਨੀ ਅਦਾਲਤ ਦੇ ਵਿੱਚ ਪਟੀਸ਼ਨ ਲੱਗ ਗਈ ਹੈ ਤੇ ਆਉਣ ਵਾਲੇ ਵਕਤਾਂ ਵਿੱਚ ਕਹਿ ਰਹੇ ਨੇ ਕਿ ਜਨਾਬੇ ਅਲੀ ਕਿ ਹੋ ਸਕਦਾ ਹੈ ਕਿ ਇਹਦੀ ਸੁਹੇਲ ਅਫਰੀਦੀ ਦੀ ਹੁਕੂਮਤ ਜਿਹੜੀ ਉਹ ਖਤਮ ਹੋ ਜਾਏ। ਤੇ ਹੁਣ ਸੁਹੇਲ ਅਫਰੀਦੀ ਜਿਹੜਾ ਨਾ ਉਹ ਇਸ ਟਾਈਮ ਉਹ ਆਪਣੀ ਹੁਕੂਮਤ ਬਚਾਉਣ ਵਾਸਤੇ ਉਹ ਅਲੀਮਾ ਖਾਨ ਦੇ ਨਾਲ ਵੀ ਖੜਾ ਹੋ ਗਿਆ ਤੇ ਜਾ ਰਿਹਾ। ਪਿਛਲੇ 4 ਮਹੀਨੇ ਤੋਂ ਅਡਿਆਲਾ ਜੇਲ੍ਹ ਨਹੀਂ ਜਾ ਰਹੇ ਸੀ, 4-5 ਮਹੀਨੇ ਤੋਂ। ਅੱਜ ਦੇਖ ਲਓ ਅਡਿਆਲਾ ਵੀ ਪਹੁੰਚ ਹੀ ਰਿਹਾ, ਅਲੀਮਾ ਦੇ ਖਾਨ ਖਲੋ ਕੇ ਪ੍ਰੈਸ ਕਾਨਫਰੰਸ ਕਰਦੇ ਆ, ਠੀਕ ਹੈ। ਤੇ ਜਿਹੜੇ ਐਪੋਜੀਸ਼ਨ ਹੈਗੇ ਨੇ ਉਹਨਾਂ ਨਾਲ ਵੀ ਮਿਲ ਰਿਹਾ, ਹੁਕੂਮਤ ਨਾਲ ਵੀ ਮਿਲ ਰਿਹਾ, ਮੋਹਸਿਨ ਨਕਵੀ ਨੂੰ ਵੀ ਮਿਲ ਰਿਹਾ, ਰਾਣਾ ਸਨਾਉल्लाह ਨੂੰ ਵੀ ਮਿਲ ਰਿਹਾ, ਹਰ ਚੀਜ਼ ਕਰ ਰਿਹਾ ਕਿ ਮੇਰੀ ਹੁਕੂਮਤ ਜੀ ਨੇ ਕਿਸੇ ਤਰੀਕੇ ਨਾਲ ਬਚ ਜਾਏ। ਤੇ ਜਿਹੜੇ ਰਿਆਸਤੀ ਇਦਾਰੇ ਨੇ ਉਹਨਾਂ ਦੇ ਕਦਮਾਂ 'ਚ ਵੀ ਬੈਠਾ ਹੋਇਆ ਕਿ ਮੈਂ ਤੁਹਾਡੀ ਸਾਰੀ ਗੱਲਾਂ ਮੰਨਾਂਗਾ ਪਰ ਤੁਸੀਂ ਮੇਰੀ ਹੁਕੂਮਤ ਜਿਹੜੀ ਨਾ ਉਹ ਡਿੱਗਣ ਨਹੀਂ ਦੇਣੀ ਕਿਸੇ ਸੂਰਤ ਵੀ। ਤੇ ਜਨਾਬ ਇਹ ਬਰੀਕ ਵਾਰਦਾਤ ਹੈਗੀ ਹੈ ਜਿਹੜੀ ਸ਼ੇਰ ਅਬਦੁਲ ਮਰਵਤ ਨੇ ਪਾਈ ਹੈ। ਹੁਣ ਆਈਨੀ ਅਦਾਲਤ ਦੇ ਕੋਲ ਕੇਸ ਲੱਗ ਗਿਆ ਤੇ ਹੁਣ ਦੇਖੋ ਕਿ ਇਹਦਾ ਕੀ ਹੁੰਦਾ। ਸਿਆਣੇ ਕਹਿ ਰਹੇ ਨੇ ਜਿਹੜੇ ਇਸ ਦਾ ਇਲਮ ਰੱਖਦੇ ਨੇ ਉਹਨਾਂ ਨੇ ਤੇ ਕਿਹਾ ਕਿ ਜੀ ਆਈਨੀ ਅਦਾਲਤ ਦੀ ਜੇ ਕੇਸ ਲੱਗ ਗਿਆ ਫਿਰ ਇਹਦਾ ਮਤਲਬ ਹੈ ਕਿ ਸੁਹੇਲ ਅਫਰੀਦੀ ਦੀ ਹੁਕੂਮਤ ਜਿਹੜੀ ਨਾ ਉਹ ਜਾਂਦੀ ਹੋਈ ਨਜ਼ਰ ਆ ਰਹੀ ਹੈ। ਮੇਰੇ ਕੋਲ ਜਿੱਥੋਂ ਤੱਕ ਮਾਲੂਮਾਤ ਹੈਗੀਆਂ ਸਨ ਉਹ ਮੈਂ ਤੁਹਾਡੇ ਗੋਸ਼ਗੁਜ਼ਾਰ ਕਰ ਦਿੱਤੀ ਹੈ ਤੇ ਤੁਹਾਡੇ ਕੋਲੋਂ ਸਿਰਫ ਇੰਨੀ ਗੁਜ਼ਾਰਿਸ਼ ਹੈ ਕਿ ਆਪਣੇ ਖਿਆਲਾਂ ਦਾ ਇਜ਼ਹਾਰ ਜ਼ਰੂਰ ਕਰੋ ਲੇਕਿਨ ਤਹਿਜ਼ੀਬ ਦੇ ਦਾਇਰੇ ਨਾਲ ਆਪਣਾ ਵੀਲੌਗ ਇਸ ਨਾਰੇ ਦੇ ਨਾਲ ਖਤਮ ਕਰਨਾ। ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ।